मूसेवाला कतलकांड ਦੇ 22 ਦਿਨ ਬੀਤ ਜਾਣ ਤੋਂ ਬਾਅਦ ਆਖਰਕਾਰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਵੱਡੀ ਲੀਡ ਹਾਸਲ ਹੋਈ ਹੈ, ਵੱਡੀ ਕਾਮਯਾਬੀ ਮਿਲੀ। ਦਿੱਲੀ ਪੁਲਿਸ ਨੇ 2 ਸ਼ਾਰਪ ਸ਼ੂਟਰਸ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ 'ਚ ਉਹ ਸ਼ੂਟਰ ਵੀ ਸ਼ਾਮਲ ਹੈ ਜਿਸ ਪੂਰੇ ਮੋਡਿਊਲ ਦੀ ਅਗਵਾਈ ਕਰ ਰਿਹਾ ਸੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਅੱਜ ਵੱਡੇ ਖੁਲਾਸੇ ਕੀਤੇ। ਕਤਲ ਦੌਰਾਨ AK-47 ਦੀ ਸ਼ਮੂਲੀਅਤ ਦੀ ਗੱਲ ਵੀ ਸਾਹਮਣੇ ਆਈ। ਦੱਸਿਆ ਵੀ ਜਾ ਰਿਹਾ ਕਿ ਜੇਕਰ AK-47 ਦਾ ਕੰਮ ਨਾ ਹੁੰਦੀ ਤਾਂ ਗ੍ਰਨੇਡ ਵੀ ਇਸਤੇਮਾਲ ਕੀਤੇ ਜਾ ਸਕਦੇ ਸੀ। ਜੀ ਹਾਂ, ਸ਼ੂਟਰਸ ਨੇ ਗ੍ਰਨੇਡ ਹਮਲੇ ਦੀ ਵੀ ਪੂਰੀ ਪਲੈਨਿੰਗ ਤਿਆਰ ਕਰਕੇ ਰੱਖੀ ਹੋਈ ਸੀ। ਫੜੇ ਗਏ ਕਾਤਲ। ਜੀ ਹਾਂ, ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਕਈ ਗ੍ਰਿਫਤਾਰੀਆਂ ਹੋਈਆਂ, ਕਈ ਮੁਲਜ਼ਮ ਪ੍ਰੋਡਕਸ਼ਨ ਫਰੰਟ ਤੇ ਲਿਆਂਦੇ ਗਏ ਸੀ, ਪਰ ਅੱਜ 2 ਸ਼ਾਰਪ ਸ਼ੂਟਰ ਫੜ ਲਏ ਗਏ ਨੇ ਜਿਨ੍ਹਾਂ ਨੇ ਆਪਣੇ ਹੱਥੀ ਸਿੱਧੂ ਮੂਸੇਵਾਲਾ ਦੇ ਉੱਪਰ ਗੋਲੀਆਂ ਦੀ ਵਰਖਾ ਕੀਤੀ। ਜੀ ਹਾਂ, ਪ੍ਰਿਯਵਰਤ ਫੌਜੀ ਅਤੇ ਕਸ਼ਿਸ਼, ਇਹ 2 ਸ਼ੂਟਰ ਗ੍ਰਿਫਤਾਰ ਕਰ ਲਏ ਗਏ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ। ਸ਼ੂਟਰ ਪ੍ਰਿਯਵਰਤ ਫੌਜੀ ਅਤੇ ਕਸ਼ਿਸ਼ ਉਰਫ ਕਮਲਦੀਪ ਦੀ ਗ੍ਰਿਫਤਾਰੀ ਦੇ ਨਾਲ ਹੀ ਕਾਤਲ ਪੁਲਿਸ ਦੇ ਅੜਿੱਕੇ ਚੜੇ ਨੇ। ਦੱਸ ਦਈਏ ਕਿ ਹਮਲਾਵਰਾਂ ਨੂੰ ਭੱਜਣ ਦੇ ਵਿੱਚ ਮਦਦ ਕਰਨ ਵਾਲਾ ਕੇਸ਼ਵ ਨਾਮ ਦਾ ਮੁਲਜ਼ਮ ਵੀ ਕਾਬੂ ਕਰ ਲਿਆ ਗਿਆ। ਇਸ ਦੇ ਨਾਲ ਹੀ ਜਿਹੜਾ ਵੱਡਾ ਅਸਲਾ ਬਰਾਮਦ ਹੋਇਆ ਉਸਨੇ ਵੀ ਕਈ ਸਵਾਲ ਖੜੇ ਕਰ ਦਿੱਤੇ ਨੇ। ਦੱਸ ਦਈਏ ਕਿ ਮੁਲਜ਼ਮਾਂ ਦੇ ਕੋਲੋਂ 8 ਗ੍ਰਨੇਡ, 3 ਪਿਸਤੌਲਾਂ, 1 ਅਸੌਲਟ ਰਾਈਫਲ ਬਰਾਮਦ ਕੀਤੀ ਗਈ ਹੈ। AK ਸੀਰੀਜ਼ ਰਾਈਫਲ ਦਾ ਗ੍ਰਨੇਡ ਲਾਂਚਰ ਵੀ ਬਰਾਮਦ ਕੀਤਾ ਗਿਆ। ਜੀ ਹਾਂ, ਜਿਹੜਾ ਗ੍ਰਨੇਡ ਲਾਂਚਰ AK ਰਾਈਫਲ ਦੇ ਉੱਪਰ ਲਗਾ ਕੇ ਗ੍ਰਨੇਡ ਫਾਇਰ ਕੀਤਾ ਜਾ ਸਕਦਾ ਹੈ, ਉਹ ਗ੍ਰਨੇਡ ਲਾਂਚਰ ਵੀ ਪੁਲਿਸ ਨੇ ਬਰਾਮਦ ਕਰ ਲਿਆ। 9 ਡੈਟੋਨੇਟਰ ਅਤੇ ਅਸਲਾ ਵੀ ਪੁਲਿਸ ਨੇ ਬਰਾਮਦ ਕੀਤਾ ਹੈ। ਹਿਸਾਰ ਦੇ ਪਿੰਡ ਕਿਰਮਾਰਾ ਦੇ ਵਿੱਚੋਂ ਅਸਲੇ ਦੀ ਬਰਾਮਦਗੀ ਹੋਈ ਹੈ। ਹਿਸਾਰ ਦੇ ਪਿੰਡ ਕਿਰਮਾਰਾ ਤੋਂ ਇਹ ਅਸਲਾ ਫੜਿਆ ਗਿਆ। ਗ੍ਰਿਫਤਾਰ 3 ਮੁਲਜ਼ਮਾਂ ਦੀ ਪਟਿਆਲਾ ਹਾਊਸ ਕੋਰਟ 'ਚ ਪੇਸ਼ੀ ਕਰਵਾ ਕੇ ਪੁਲਿਸ ਨੇ 14 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਇਹਨਾਂ ਮੁਲਜ਼ਮਾਂ ਦਾ ਕੁੱਲ 6 ਸ਼ੂਟਰਸ ਨੇ ਮੂਸੇਵਾਲਾ ਦੇ ਉੱਪਰ ਗੋਲੀਆਂ ਚਲਾਈਆਂ ਸੀ। ਜੀ ਹਾਂ, 6 ਸ਼ੂਟਰ ਕਰੋਲਾ ਅਤੇ ਬਲੈਰੋ ਦੇ ਵਿੱਚ ਸਵਾਰ ਸਨ। ਸਭ ਤੋਂ ਪਹਿਲਾਂ ਮਨਪ੍ਰੀਤ ਮੰਨੂ ਨੇ ਮੂਸੇਵਾਲਾ ਦੇ ਉੱਪਰ AK-47 ਦੇ ਨਾਲ ਫਾਇਰ ਕੀਤੇ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਅੱਜ ਕਈ ਵੱਡੇ ਖੁਲਾਸੇ ਕੀਤੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ। ਸ਼ੂਟਰ ਅੰਕਿਤ ਸਿਰਸਾ, ਦੀਪਕ, ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦੀ ਭਾਲ ਹਲੇ ਵੀ ਜਾਰੀ ਹੈ। ਮੂਸੇਵਾਲਾ ਦੇ ਕਤਲ ਦੀ ਪੂਰੀ ਕਹਾਣੀ ਅੱਜ ਦਿੱਲੀ ਪੁਲਿਸ ਨੇ ਬਿਆਨ ਕੀਤੀ। ਕਿੱਥੋਂ ਰੇਕੀ ਸ਼ੁਰੂ ਹੋਈ, ਕਈ ਹਫ਼ਤਿਆਂ ਤੱਕ ਰੇਕੀ ਕੀਤੀ ਗਈ, ਆਖਰਕਾਰ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਹਰਿਆਣਾ ਦੇ ਵਿੱਚ ਜਾ ਲੁਕੇ, ਉਸ ਤੋਂ ਬਾਅਦ ਗੁਜਰਾਤ ਦੇ ਮੁਦਰਾ ਤੱਕ ਪਹੁੰਚੇ ਤੇ ਗੁਜਰਾਤ ਦੇ ਮੁਦਰਾ ਤੋਂ ਇਹਨਾਂ ਸ਼ੂਟਰਸ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਕੀਤੀ ਹੈ। ਇਹ ਤਸਵੀਰਾਂ ਵੀ ਤੁਸੀਂ ਵੇਖ ਪਾ ਰਹੇ ਹੋ। ਦਿੱਲੀ ਦੀ ਸਪੈਸ਼ਲ ਕੋਰਟ ਦੇ ਵਿੱਚ, ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ੀ ਕਰਵਾ ਕੇ ਇਹਨਾਂ ਮੁਲਜ਼ਮਾਂ ਦਾ 14 ਦਿਨਾਂ ਦਾ ਪੁਲਿਸ ਰਿਮਾਂਡ ਪੁਲਿਸ ਨੇ ਹਾਸਲ ਕਰ ਲਿਆ। ਤੇ ਹਥਿਆਰਾਂ ਦੀਆਂ ਤਸਵੀਰਾਂ ਵੀ ਹੁਣ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ। ਜੀ ਹਾਂ, ਤੁਹਾਨੂੰ ਦੱਸ ਦਈਏ, ਇਹ ਤਸਵੀਰਾਂ ਦੇ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਐਡਵਾਂਸ ਵੈਪਨ ਇਹਨਾਂ ਮੁਲਜ਼ਮਾਂ ਦੇ ਕੋਲ ਮੌਜੂਦ ਸੀ। AK ਅਸੌਲਟ ਰਾਈਫਲ, ਇਸ ਦੇ ਨਾਲ ਰਾਈਫਲ ਦੇ ਉੱਪਰ ਫਿੱਟ ਕਰਨ ਵਾਲਾ ਗ੍ਰਨੇਡ ਲਾਂਚਰ, ਕਾਰਤੂਸ, ਸਟਾਰ ਪਿਸਤੌਲਾਂ, ਇਹ तमाम ਡੈਟੋਨੇਟਰ ਉਸ ਸਾਜ਼ਿਸ਼ ਦਾ ਹਿੱਸਾ ਜਿਸ ਦੇ ਤਹਿਤ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਜੀ ਹਾਂ, ਤੁਹਾਨੂੰ ਦੱਸ ਦਈਏ, ਮਲਟੀਪਲ ਵੈਪਨ ਯੂਜ਼ ਕੀਤੇ ਗਏ। ਪੁਲਿਸ ਵੱਲੋਂ ਅੱਜ ਇਹ ਗੱਲ ਕਬੂਲ ਕੀਤੀ ਗਈ। ਪਹਿਲੀ ਵਾਰ ਹੋਇਆ ਜਦ ਪੁਲਿਸ ਨੇ ਆਪਣੇ ਮੂੰਹ ਮੰਨਿਆ ਕਿ ਹਾਂ, AK ਰਾਈਫਲ ਦਾ ਇਸਤੇਮਾਲ ਹੋਇਆ ਹੈ, AK ਸੀਰੀਜ਼ ਦੀ ਰਾਈਫਲ ਦਾ ਇਸਤੇਮਾਲ ਹੋਇਆ ਹੈ। AK-47 ਸੀ ਜਾਂ ਫਿਰ AK ਸੀਰੀਜ਼ ਦੀ ਕੋਈ ਹੋਰ ਰਾਈਫਲ ਸੀ, ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ ਹਾਲੇ ਫੋਰੈਂਸਿਕ ਜਾਂਚ ਤੋਂ ਬਾਅਦ ਇਹ ਗੱਲ ਹੋਰ ਸਪਸ਼ਟ ਹੋ ਸਕੇਗੀ, ਪਰ AK ਰਾਈਫਲ ਦੇ ਉੱਪਰ ਫਿੱਟ ਕਰਨ ਵਾਲਾ लॉन्चर भी पुलिस ने बरामद कर लिया। दिन की जो घटना थी उसमें 2 मॉड्यूल इस पे जो घटना को अंजाम देने में वो एक्टिव थे। दोनों गोल्डी ब्राड से कनाडा में जो बैठ के इसको इन टच थे, दोनों मॉड्यूल से उन इन टच थे। एक गाड़ी में बोलेरो में जिसको कशिश चला रहा था, जिसको प्रियव्रत फौजी जो है ये मॉड्यूल को हेड कर रहा था। अंकित सिरसा इनके साथ था और दीपक मुंडी इनके साथ था। ये 4 लोग बोलेरो गाड़ी में थे और इस मॉड्यूल को प्रियव्रत फौजी हेड कर रहा था। जो करोला गाड़ी थी उसमें जगरूप रूपा गाड़ी चला रहा था, मनप्रीत मन्नू उसके साथ बैठा था
तो जब शुभदीप सिद्धू अपने घर से निकले, जैसा कि ऑलरेडी पंजाब पुलिस ने बताया ही है कि एक संदीप केकड़ा नाम का व्यक्ति है जिसने इनिशियल इंटीमेशन दी कि उनकी मूवमेंट हुई है और उनके साथ कोई उस टाइम सिक्योरिटी नहीं थी और उनके 2 फ्रेंड्स थे। तो उसी टाइम इनको इंस्ट्रक्शन आती है, क्योंकि ये लोग कई दिन से मल्टीपल रेकीज कर चुके थे। तो जब इनको पता चला कि कोई सिक्योरिटी साथ नहीं है तो इन्होंने उनकी गाड़ी को पीछा किया। करोला ने गाड़ी को ओवरटेक करते हुए मनप्रीत मन्नू ने AK-47 फायर करी। तो उस बर्स्ट में जो सिद्धू मूसेवाला थे उनको गन शॉट्स लगे और उनकी थार वहीं पे रुक गई और करोला से फिर ये दोनों उतरे और पीछे जो बोलेरो थी वो भी टेल कर रही थी, उसमें से भी ये चारों जो शूटर थे दूसरे मॉड्यूल के ये उतरे। तो 6 के 6 लोगों ने वेपन्स यूज़ किए, फायरिंग करी, मल्टीपल राउंड्स फायर हुए, जिसका ऑलरेडी खाका जो है वो पंजाब पुलिस ने मीडिया के साथ शेयर किया है। तो जब इन्होंने देखा कि काफ़ी बुरी तरह से इन्होंने असॉल्ट कर दिया है और उनके बचने की संभावना नहीं है, तो ये उन दोनों गाड़ियों में वहाँ से वारदात को अंजाम देकर निकल गई। वारदात के बाद जो मन्नू था और रूपा थे ये अलग चले गए। जो ये बाकी 4 लोग थे ये बोलेरो में अलग गए। इनको केशव ने पिक किया, थोड़े किलोमीटर के बाद इन्होंने अपनी बोलेरो छोड़ दी। उसके बाद केशव ने इन्हें ट्रांसपोर्ट किया, वहाँ से फिर ये फतेहाबाद पहुँचे, कुछ दिन वहाँ रुके। 6 शूटर थे, मैं शूटर्स की बात कर रहा हूँ सर। अरेस्ट तो मल्टीपल हो चुकी हैं, जिन्होंने हार्बर किया, जिन्होंने रैकी करी, जिन्होंने मूवमेंट बताई, लेकिन 6 शूटर थे। 6 शूटर में 2 अरेस्ट हुए हैं, ये पहले 2 हैं। ये आपको अभी बताया, खारी मिट्टी रोड, विलेज बारोई, मुंद्रा, कच्छ। 6 लोगों ने फायरिंग करी है। जो बोलेरो का मॉड्यूल हेड था उसको हमने अरेस्ट किया है। जो बोलेरो चला रहा था और जिसने उतर के फायरिंग करी है बाकियों के साथ, उसको अरेस्ट किया है। जिसने बोलेरो वाले शूटर्स को वारदात के बाद ट्रांसपोर्ट किया उसको अरेस्ट किया है। करोला वाले 2 बाकी हैं और 2 बोलेरो वाले बाकी। बोलेरो चला रहा था कशिश, साथ बैठा था प्रियव्रत, अंकित सिरसा और दीपक मुंडी। करोला चला रहा था जगरूप रूपा और साथ बैठा था मनप्रीत मन्नू, जिसने असॉल्ट राइफल से पहला बर्स्ट फायर किया थार को ओवरटेक करते हुए। इनसे रिकवरीज जो हुई हैं वो है 8 हाई एक्सप्लोसिव ग्रेनेड्स अलॉन्ग विद अंडर बैरल ग्रेनेड लॉन्चर। और ये जो HE ग्रेनेड्स थे, देवर फॉर यूज विद ग्रेनेड लॉन्चर्स। ये ग्रेनेड लॉन्चर AK-47 राइफल पे भी माउंट हो सकता था। 9 इनसे इलेक्ट्रिक डेटोनेटर मिले हैं। एक असॉल्ट राइफल मिली है विद 20 राउंड्स। 3 सोफिस्टिकेटेड स्टार पिस्टल्स मिले हैं ऑफ .30 बोर। 36 राउंड इनसे 7.62 mm स्टार पिस्टल्स के मिले हैं और एक पार्ट AK सीरीज़ असॉल्ट राइफल का मिला है। जो इंसिडेंट में यूज़ हुई है वो एक AK सीरीज़ की असॉल्ट राइफल हुई है। मल्टीपल पिस्टल्स यूज़ हुए हैं और ये जो ग्रेनेड्स वगैरह इन्होंने रखे हुए थे ये भी इनके पास थे और पिस्टल्स भी इनके पास रिजर्व थे जो हमने रिकवर किए हैं। तो ये इंसिडेंट में इन्होंने बैकअप के लिए रखे थे कि अगर बाय चांस कुछ ऐसा होता है कि इनकी पिस्टल से या ऑटोमेटिक वेपन से बात नहीं बनती तो इन्होंने ये ग्रेनेड भी इस इंसिडेंट में यूज़ करने थे। ਤਾਂ ਕਈ ਵੱਡੇ ਖੁਲਾਸੇ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਨੇ। ਮੂਸੇਵਾਲਾ ਦੇ ਕਤਲ ਨੂੰ 2 ਮੋਡਿਊਲਸ ਵੱਲੋਂ ਯਾਨੀ ਕਿ 2 ਗਰੁੱਪਾਂ ਵੱਲੋਂ ਅੰਜਾਮ ਦਿੱਤਾ ਗਿਆ। ਗੋਲਡੀ ਬਰਾੜ ਦੇ ਸੰਪਰਕ ਦੇ ਵਿੱਚ ਇਹ ਦੋਵੇਂ ਗਰੁੱਪ ਜੁੜੇ ਹੋਏ ਸੀ। ਬਲੈਰੋ ਕਾਰ ਦੇ ਵਿੱਚ 4 ਸ਼ੂਟਰਸ ਜਦਕਿ ਕਰੋਲਾ ਦੇ ਵਿੱਚ 2 ਸ਼ੂਟਰ ਸਵਾਰ ਸੀ। ਬਲੈਰੋ ਕਾਰ ਨੂੰ ਕਸ਼ਿਸ਼ ਉਰਫ ਕੁਲਦੀਪ ਡਰਾਈਵ ਕਰ ਰਿਹਾ ਸੀ। ਬਲੈਰੋ ਦੇ ਵਿੱਚ ਪ੍ਰਿਯਵਰਤ ਫੌਜੀ, ਅੰਕਿਤ ਸਿਰਸਾ ਤੇ ਦੀਪਕ ਸਵਾਰ ਸਨ। ਕਰੋਲਾ ਕਾਰ ਨੂੰ ਜਗਰੂਪ रूपा चला रहा सी। किवें दिता गया वारदात नूं अंजाम, पूरी कहानी अज दिल्ली पुलिस ने बयान की। जगरूप दे नाल मनप्रीत मन्नू भी करोला कार दे विच सवार सी। घटना नूं अंजाम देण तो पहलां शूटर्स ने गोल्डी बराड़ नूं फोन किया। मूसेवाला दे बिना सुरक्षा दे घरों निकलण दी जानकारी शूटर्स तक पहुंच चुकी सी।
ਇਸ ਤੋਂ ਬਾਅਦ ਕਰੋਲਾ ਕਾਰ ਨੇ ਮੂਸੇਵਾਲਾ ਨੂੰ ਪਹਿਲਾਂ ਓਵਰਟੇਕ ਕੀਤਾ ਤੇ ਸਭ ਤੋਂ ਪਹਿਲਾਂ ਮਨਪ੍ਰੀਤ ਮੰਨੂ ਨੇ AK-47 ਦੇ ਨਾਲ ਮੂਸੇਵਾਲਾ ਤੇ ਪਹਿਲੀ ਗੋਲੀ ਚਲਾਈ। ਵੱਖ-ਵੱਖ ਹਥਿਆਰਾਂ ਦੇ ਨਾਲ ਸਾਰੇ ਸ਼ੂਟਰਸ ਨੇ ਉਸ ਤੋਂ ਬਾਅਦ ਮਲਟੀਪਲ ਫਾਇਰ ਕੀਤੇ, ਕਈ ਰੌਂਦ ਗੋਲੀਆਂ ਚੱਲੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੀ ਗੱਡੀ ਦੇ ਵਿੱਚ ਬੈਠ ਕੇ ਇਹ ਸਾਰੇ ਸ਼ੂਟਰ ਉੱਥੋਂ ਫਰਾਰ ਹੋ ਗਏ। ਕਤਲ ਕਰਨ ਮਗਰੋਂ ਸ਼ੂਟਰਸ ਨੇ ਗੋਲਡੀ ਬਰਾੜ ਨੂੰ ਮੁੜ ਤੋਂ ਫੋਨ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਹਾਂ ਕਤਲ ਕਰ ਦਿੱਤਾ ਗਿਆ। ਸਾਰੇ ਸ਼ੂਟਰਸ ਨੇ ਟਾਸਕ ਪੂਰਾ ਕਰਨ ਦੀ ਗੋਲਡੀ ਬਰਾੜ ਨੂੰ ਜਾਣਕਾਰੀ ਦੇ ਦਿੱਤੀ ਸੀ। ਘਟਨਾ ਵੇਲੇ ਗੱਡੀ ਦੇ ਵਿੱਚ ਸ਼ੂਟਰਸ ਨੇ ਬੈਕਅਪ ਦੇ ਲਈ ਗ੍ਰਨੇਡ ਤੱਕ ਤਿਆਰ ਰੱਖੇ ਹੋਏ ਸੀ। ਮੂਸੇਵਾਲਾ ਤੇ ਗ੍ਰਨੇਡ ਸੁੱਟਣ ਦੀ ਵੀ ਪਲੈਨਿੰਗ ਕੀਤੀ ਗਈ ਸੀ ਕਿ ਜੇਕਰ ਅਸੌਲਟ ਰਾਈਫਲ ਨਾਲ ਕੰਮ ਨਾ ਬਣਿਆ ਤਾਂ ਗ੍ਰਨੇਡ ਵੀ ਸੁੱਟੇ ਜਾ ਸਕਦੇ ਸੀ। ਕੇਸ਼ਵ ਨਾਮ ਦੇ ਮੁਲਜ਼ਮ ਨੇ ਬਲੈਰੋ ਸਵਾਲ ਸ਼ੂਟਰਸ ਨੂੰ ਭੱਜਣ ਦੇ ਵਿੱਚ ਅੱਗੇ ਮਦਦ ਕੀਤੀ। ਮੂਸੇਵਾਲਾ ਦੇ ਕਤਲ ਨੂੰ 2 ਮੋਡਿਊਲਸ ਵੱਲੋਂ ਅੰਜਾਮ ਦਿੱਤਾ ਗਿਆ। ਤਾਂ ਇਹ ਹੈ ਪੂਰੇ ਕਤਲ ਦੀ ਕਹਾਣੀ। ਪਹਿਲੀ ਵਾਰ ਪੁਲਿਸ ਨੇ ਮੰਨਿਆ ਕਿ AK-47 ਦਾ ਇਸਤੇਮਾਲ ਕੀਤਾ ਗਿਆ। ਮਨਪ੍ਰੀਤ ਮੰਨੂ ਨੇ ਮੂਸੇਵਾਲਾ ਤੇ AK-47 ਦੇ ਨਾਲ ਫਾਇਰ ਕੀਤੇ। ਸ਼ੂਟਰਸ ਦੇ ਕੋਲ ਹਮਲੇ ਦੌਰਾਨ ਕਾਰ ਦੇ ਵਿੱਚ ਗ੍ਰਨੇਡ ਵੀ ਮੌਜੂਦ ਸਨ। ਮੂਸੇਵਾਲਾ ਤੇ ਗ੍ਰਨੇਡ ਸੁੱਟਣ ਦਾ ਬੈਕਅਪ ਪਲਾਨ ਮੁਲਜ਼ਮਾਂ ਵੱਲੋਂ ਤਿਆਰ ਸੀ। ਸ਼ੂਟਰਸ ਨੇ ਪੰਜਾਬ ਪੁਲਿਸ ਦੀਆਂ 6 ਵਰਦੀਆਂ ਵੀ ਖਰੀਦੀਆਂ ਸੀ। ਨੇਮ ਪਲੇਟ ਨਾ ਮਿਲਣ ਕਰਕੇ ਪੁਲਿਸ ਦੀਆਂ ਵਰਦੀਆਂ ਦਾ ਇਸਤੇਮਾਲ ਨਹੀਂ ਕੀਤਾ ਗਿਆ। ਪੂਰੇ ਕਤਲकांड ਦੌਰਾਨ ਗੋਲਡੀ ਬਰਾੜ ਜਿਹੜਾ ਕਿ ਕੈਨੇਡਾ ਦੇ ਵਿੱਚ ਬੈਠਾ ਹੋਇਆ ਹੈ, ਮਾਸਟਰਮਾਈਂਡ, ਉਹਦੇ ਸੰਪਰਕ 'ਚ ਸਨ ਮੁਲਜ਼ਮ। ਵਾਰਦਾਤ ਤੋਂ ਬਾਅਦ ਹਿਸਾਰ ਦੇ ਇੱਕ ਪਿੰਡ ਦੇ ਵਿੱਚ ਹਥਿਆਰ ਲੁਕੋ ਕੇ ਰੱਖ ਦਿੱਤੇ ਗਏ। ਤਾਂ ਇਹ ਉਹ ਵੱਡੇ ਖੁਲਾਸੇ ਨੇ ਜਿਹੜੇ ਕਿ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਨੇ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਅਜੇ ਵੀ ਕਹਿ ਦਿੱਤਾ, ਸਪਸ਼ਟ ਕਰ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਕਤਲकांड ਦੀ ਸਾਰੀ ਜਿਹੜੀ ਗੁੱਥੀ ਹੈ, ਹੋਰ ਜਿਹੜੀ ਡੂੰਘਾਈ ਦੇ ਨਾਲ ਜਾਂਚ ਹੈ ਉਹ ਤਾਂ ਹੋਏਗੀ ਸੋ ਹੋਏਗੀ, ਪਰ ਜਿਸ ਢੰਗ ਨਾਲ AK-47 ਰਾਈਫਲ ਦਾ ਇਸਤੇਮਾਲ ਹੋਣਾ, ਗ੍ਰਨੇਡ ਮਿਲਣਾ ਜਾਂ ਫਿਰ ਜਿਹੜੀ ਵੱਡੀ ਪਲੈਨਿੰਗ ਕੀਤੀ ਗਈ ਸੀ, ਮਕੋਕਾ ਦੇ ਤਹਿਤ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਮੰਨਿਆ ਹੀ ਜਾ ਰਿਹਾ ਕਿ 14 ਦਿਨਾਂ ਦੀ ਪੁਲਿਸ ਰਿਮਾਂਡ ਦੌਰਾਨ ਕਈ ਹੋਰ ਵੱਡੇ ਖੁਲਾਸੇ ਕਰਵਾਏ ਜਾ ਸਕਦੇ ਨੇ। ਹੋਣਗੇ ਵੱਡੇ ਖੁਲਾਸੇ ਜਦੋਂ ਪੁਲਿਸ ਰਿੜਕੇਗੀ ਇਹਨਾਂ ਮੁਲਜ਼ਮਾਂ ਨੂੰ। ਪਰ ਸਿੱਧੂ ਮੂਸੇਵਾਲਾ ਕਤਲकांड ਦੇ ਮਾਮਲੇ ਨਾਲ ਜੁੜੇ ਵੱਡੇ ਖੁਲਾਸੇ ਅੱਜ ਨਿਕਲ ਕੇ ਸਾਹਮਣੇ ਆਏ ਕਿ ਕਿਸ ਢੰਗ ਨਾਲ ਵੱਡੇ ਪੱਧਰ ਤੇ ਤਿਆਰੀ ਕੀਤੀ ਗਈ ਸੀ ਕਤਲ ਕਰਨ ਦੇ ਲਈ। AK-47 ਰਾਈਫਲ ਤੋਂ ਲੈ ਕੇ ਗ੍ਰਨੇਡ ਤੱਕ ਦਾ ਇਸਤੇਮਾਲ ਕੀਤੇ ਜਾਣ ਦੀ ਪਲੈਨਿੰਗ ਮੁਲਜ਼ਮਾਂ ਨੇ ਕੀਤੀ ਸੀ। ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਦੀ ਕਾਰਵਾਈ ਕਿੱਥੇ ਅੱਗੇ ਵਧਦੀ ਵਿਖਾਈ ਦੇ ਰਹੀ ਹੈ। ਪੰਜਾਬ ਪੁਲਿਸ ਅੱਗੇ ਕੀ ਕਰੇਗੀ, ਲਾਰੈਂਸ ਬਿਸ਼ਨੋਈ ਦੇ ਕੋਲੋਂ ਕੀ ਕੁਝ ਖੁਲਾਸੇ ਹੋਰ ਹੋ ਸਕਦੇ ਨੇ, तमाम ਗੱਲਾਂ ਕਰਨ ਦੇ ਲਈ, ਚਰਚਾ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਜੁੜ ਰਹੇ ਨੇ। ਰਮਨ, ਸਿੱਧਾ ਰੁਕ ਕਰਾਂਗੇ ਸਾਡੇ ਸਹਿਯੋਗੀ ਰਮਨ ਦਾ। ਰਮਨ, ਦਿੱਲੀ ਪੁਲਿਸ ਵੱਲੋਂ ਅੱਜ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਔਰ ਸਭ ਤੋਂ ਵੱਡੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸਿਰਫ AK-47 ਰਾਈਫਲ ਹੀ ਨਹੀਂ ਸਗੋਂ ਗ੍ਰਨੇਡ ਤੱਕ ਤਿਆਰ ਕੀਤੇ ਗਏ ਸੀ ਜਿਹੜੇ ਕਿ ਹਿਸਾਰ ਦੇ ਪਿੰਡ ਤੋਂ ਬਰਾਮਦ ਕੀਤੇ ਗਏ ਨੇ। ਸਮਝਿਆ ਜਾ ਸਕਦਾ ਹੈ ਕਿ ਪੰਜਾਬ ਦੀ ਇੰਟੈਲੀਜੈਂਸ ਵੀ ਪੂਰੀ ਤਰ੍ਹਾਂ ਫੇਲ ਹੋ ਗਈ ਤੇ ਆਖਰਕਾਰ ਇੰਨੇ ਹਾਈ-ਫਾਈ ਇੰਪੋਰਟਡ ਹਥਿਆਰ ਪੰਜਾਬ ਦੇ ਵਿੱਚ ਲੈ ਕੇ ਇਹ ਮੁਲਜ਼ਮ ਫਿਰਦੇ ਰਹੇ, ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਈ। ਆਖਰਕਾਰ ਦਿੱਲੀ ਪੁਲਿਸ ਵੱਲੋਂ ਅੱਜ ਗ੍ਰਿਫਤਾਰੀ ਹੋਈ। ਪੰਜਾਬ ਪੁਲਿਸ ਇੱਥੇ ਵੀ ਪਿਛੜਦੀ ਵਿਖਾਈ ਦਿੱਤੀ। ਬਿਲਕੁਲ ਅਮਿਤ, ਕਿਉਂਕਿ ਹਾਈ ਪ੍ਰੋਫਾਈਲ ਮਾਮਲਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਿਸ ਤਰੀਕੇ ਨਾਲ AK-47 ਰਾਈਫਲ ਲੈ ਕੇ ਔਰ ਇਸ ਤੋਂ ਵੱਧ ਜਿਹੜਾ ਹੈਗਾ ਗ੍ਰਨੇਡ 8 ਗ੍ਰਨੇਡ ਜੋ ਪੁਲਿਸ ਵੱਲੋਂ ਇਹਨਾਂ ਤੋਂ ਹੁਣ ਤੱਕ ਫੜੇ ਗਏ ਨੇ ਔਰ 3 ਪਿਸਟਲ, ਇੱਕ ਅਸਾਲਟ AK-47 ਸੀਰੀਜ਼ ਜਿਸ ਤੇ ਰਾਹੀਂ ਹਮਲਾ ਕੀਤਾ ਗਿਆ ਦਾ ਆਪਣੇ ਆਪ ਦੇ ਵਿੱਚ ਪੰਜਾਬ ਪੁਲਿਸ ਤੇ ਵੱਡੇ ਸਵਾਲ ਉੱਠਦੇ ਨੇ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਦੇ ਹੱਥ ਖਾਲੀ ਨੇ। 29 ਤਰੀਕ ਤੋਂ ਬਾਅਦ ਹਾਲੇ ਕਿਸੇ ਵੀ ਸ਼ੂਟਰ ਨੂੰ ਨਹੀਂ ਫੜ ਸਕਿਆ, ਹਾਲੇ ਤੱਕ ਅਹਿਮ ਕੜੀਆਂ ਨੂੰ ਸੁਲਝਾ ਸਕੀ। ਦੂਸਰੇ ਪਾਸੇ ਦਿੱਲੀ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਰਿਹਾ ਔਰ ਸਭ ਤੋਂ ਵੱਡਾ ਜਿਹੜਾ ਅੱਜ ਖੁਲਾਸਾ ਕੀਤਾ ਗਿਆ ਕਿ ਬੈਕਅਪ ਪਲਾਨ ਰੱਖਿਆ ਗਿਆ ਸੀ। ਜੇਕਰ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਸਫਲਤਾ ਰਹਿੰਦੀ ਤਾਂ ਦੂਸਰੇ ਪਾਸੇ ਜਿਹੜੇ ਹੈਗੇ ਮੋਡਿਊਲ, ਜਿਸ ਤਰੀਕੇ ਨਾਲ 2 ਮੋਡਿਊਲ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਇਸ ਦੇ ਬਾਅਦ ਜਿਹੜੇ ਹੈਗੇ 8 ਜਿਹੜੇ ਹੈਗੇ ਗ੍ਰਨੇਡ ਜਿਹੜੇ ਹੈਗੇ ਉਹ ਚਲਾਏ ਜਾਣੇ ਸੀ। ਤਾਂ ਕਹਿ ਸਕਦੇ ਕਿ ਵੱਡੀ ਜਿਹੜੀ ਹੈਗੇ ਸਾਜ਼ਿਸ਼ ਰਚੀ ਹੋਈ ਸੀ ਔਰ ਕਿਸੇ ਵੀ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਬਖਸ਼ਣ ਜਾਣਾ। ਔਰ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਨਾਲ ਹੀ ਨਾਲ ਜਿਹੜੀ ਰਮਨ ਗੱਲ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਹੈ ਕਿ तमाम ਜਿਹੜੀਆਂ ਇਸ ਤੋਂ ਪਹਿਲਾਂ ਵੀ ਵਾਰਦਾਤਾਂ ਹੋਈਆਂ ਉਹਨਾਂ ਵਾਰਦਾਤਾਂ ਦੇ ਵਿੱਚ ਵੀ ਦਿੱਲੀ ਪੁਲਿਸ ਵੱਲੋਂ ਹੀ ਲੀਡ ਲੈ ਕੇ, ਦਿੱਲੀ ਪੁਲਿਸ ਵੱਲੋਂ ਹੀ ਅੱਗੇ ਆ ਕੇ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਜਿਹਦੇ ਵਿੱਚ ਪੰਜਾਬ ਪੁਲਿਸ ਦੀ ਨਾਕਾਮੀ ਪ੍ਰਤੱਖ ਤੌਰ ਤੇ ਸਾਹਮਣੇ ਆਉਂਦੀ ਹੈ। ਤੁਸੀਂ ਰਮਨ ਸਾਡੇ ਨਾਲ ਬਣੇ ਰਹੋ, ਤੁਹਾਨੂੰ ਦੱਸ ਦਈਏ ਕਈ ਵੱਡੇ ਖੁਲਾਸੇ ਅੱਜ ਦਿੱਲੀ ਪੁਲਿਸ ਵੱਲੋਂ ਕੀਤੇ ਗਏ। ਉੱਥੇ ਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਹ ਵੀ ਦੱਸਿਆ ਕਿ ਭਾਵੇਂ ਮਿੱਠੂ ਖੇੜਾ ਦਾ ਕਤਲ ਮਾਮਲਾ ਹੋਵੇ ਜਾਂ ਫਿਰ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਮਾਮਲਾ ਹੋਵੇ, ਦਿੱਲੀ ਪੁਲਿਸ ਨੇ ਹੀ ਇਹਨਾਂ ਸਾਰੇ ਕਤਲ ਦੀਆਂ ਵਾਰਦਾਤਾਂ ਦੇ ਮੁਲਜ਼ਮ ਗ੍ਰਿਫਤਾਰ ਕੀਤੇ ਤੇ ਹੁਣ
ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਦੋ ਸ਼ੂਟਰਸ ਨੂੰ ਦਿੱਲੀ ਪੁਲਿਸ ਨੇ ਹੀ ਗ੍ਰਿਫਤਾਰ ਕੀਤਾ। ਦਿੱਲੀ ਪੁਲਿਸ ਨੇ ਬਿਨਾਂ ਨਾਮ ਲਏ ਪੰਜਾਬ ਪੁਲਿਸ ਨੂੰ ਇੱਕ ਢੰਗ ਦੇ ਨਾਲ ਨਾਕਾਬਿਲ ਦੱਸਿਆ ਹੈ। ਕਿਸ ਢੰਗ ਦੇ ਨਾਲ ਦਿੱਲੀ ਪੁਲਿਸ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ, ਇੱਕ ਵਾਰ ਆਪਣੇ ਦਰਸ਼ਕਾਂ ਨੂੰ ਉਹ ਵੀ ਦੱਸਦੇ ਆ। ਮੁੜ ਤੋਂ ਫਿਰ ਰੁਕ ਕਰਾਂਗੇ ਸਾਡੇ ਸਹਿਯੋਗੀ ਰਮਨ ਦਾ। पंजाब में भी जो ऑर्गेनाइज्ड क्राइम है और ख़ास तौर पे उनके जो दोनों नोटेबल बड़े केसेस हैं लास्ट 2 साल के, विक्की मिड्डू खेड़ा की किलिंग, उसके भी जो दोनों मेन शूटर थे उसको स्पेशल सेल ने अरेस्ट किया। दूसरा जो संदीप नंगल अंबिया का केस था उसमें भी जो मेन शूटर था उसको स्पेशल सेल की टीम ने अरेस्ट किया। काफ़ी स्पेशल सेल के लिए भी बड़ी चैलेंजिंग टास्क था शूटर्स को आइडेंटिफाई करना, उस पर काम करना बिना वारदात के मौके पे जाए हुए, क्योंकि जैसा कि हम जानते हैं ये घटना पंजाब के एरिया में घटी। तो हमारी कोई भी टीम क्योंकि सीन ऑफ क्राइम एक अलग जगह पे था और लोकल एरिया पे हम ऐसा कुछ नहीं करना चाहते थे जो कि किसी भी तरीके से ऐसा हो कि हम किसी के भी इन्वेस्टिगेशन में बाधा बने। बट उसके बावजूद हमारी टीम्स का मकसद था कि हम जल्द से जल्द जिन लोगों ने भी इस घटना को अंजाम दिया है उनको हम जस्टिस तक लेके आएँ। ਤਾਂ ਦਿੱਲੀ ਪੁਲਿਸ ਦਾ ਬਿਆਨ ਕਾਫੀ ਖਾਸ ਤੇ ਅਹਿਮ ਹੈ ਤੇ ਖਾਸ ਤੌਰ ਤੇ ਸੁਣਨ ਦੇ ਲਾਇਕ ਹੈ ਪੰਜਾਬ ਪੁਲਿਸ ਦੇ ਲਈ ਕਿ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਹੁੰਦੀਆਂ ਪਰ ਪੰਜਾਬ ਪੁਲਿਸ ਗ੍ਰਿਫਤਾਰੀਆਂ ਨਹੀਂ ਕਰ ਪਾਉਂਦੀ। ਦਿੱਲੀ ਪੁਲਿਸ ਇਸ ਦੇ ਵਿੱਚ ਲੀਡ ਹਾਸਲ ਕਰਦੀ ਹੈ, ਭਾਵੇਂ ਉਹ ਸੰਦੀਪ ਨੰਗਲ ਅੰਬੀਆਂ ਦਾ ਕਤਲ ਮਾਮਲਾ ਹੋਵੇ, ਮਿੱਡੂ ਖੇੜਾ ਕਤਲ ਮਾਮਲਾ ਹੋਵੇ ਜਾਂ ਫਿਰ ਹੁਣ ਸਿੱਧੂ ਮੂਸੇਵਾਲਾ ਕਤਲ ਮਾਮਲਾ ਹੋਵੇ। ਦਿੱਲੀ ਪੁਲਿਸ ਵੱਲੋਂ ਅੱਜ ਇੱਕ ਵਾਰ ਮੁੜ ਤੋਂ ਇਹ ਗੱਲ ਰਿਪੀਟ ਕੀਤੀ ਗਈ ਕਿ ਅਸੀਂ ਹਮੇਸ਼ਾ ਅਜਿਹੇ ਮਾਮਲਿਆਂ ਦੇ ਵਿੱਚ ਲੀਡ ਹਾਸਲ ਕਰਦੇ ਰਹੇ ਹਾਂ ਤੇ ਅੱਜ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਵੀ दो शूटर्स दिल्ली पुलिस ने ही गिरफ्तार किए हैं। जी हाँ, सिद्धू मूसेवाला कतलकांड के 2 मुलजम अज दिल्ली पुलिस ने गिरफ्तार किए हैं। प्रेस कॉन्फ्रेंस दौरान भी इस गल नूं एक ढंग का वध चढ़ के विखाउण तो दिल्ली पुलिस पिछे नहीं हटी कि पंजाब पुलिस कई अजिहे केसिस ने जिन्हां दे विच गिरफ्तारियां पंजाब पुलिस नहीं कर सकी, भावें मिड्डू खेड़ा कतल मामला होवे, संदीप नंगल अंबिया कतल मामला होवे जां फिर सिद्धू मूसेवाला कतलकांड का मामला होवे। अज भी मूसेवाला कतलकांड मामले विच दिल्ली पुलिस की स्पैशल सैल ने 2 शूटर्स गिरफ्तार किए हैं। शूटर प्रियव्रत फौजी और कशिश उर्फ कुलदीप को दिल्ली पुलिस ने गिरफ्तार किया है। तमाम सबूत, तमाम जड़ी लीड्स मिल रही सी एक तो बाद एक, उन्होंने आधार के उपर दिल्ली पुलिस के हत्थ कामयाबी लगी है। तो 2 तस्वीरां भी हम तुहानूं विखा रहे हैं कि किस ढंग के नाल पहला CCTV फुटेजेस आउणियां शुरू होईयां, जिहदे विच प्रियव्रत फौजी स्पष्ट तौर के उपर बलैरो गड्डी दे नाल खड़ा विखाई दिंदा है। यह CCTV फुटेज बड़ी लीड बनी दिल्ली पुलिस के लिए कातलों तक पहुंचने के। तुहानूं दस दईए पंजाब पुलिस वालों जिहड़ा स्टेटस रिपोर्ट दसी गई सी कि हुण तक इस मामले दे विच की होया, उहदे विच दस्सिया गया सी कि बलैरो ते करोला गड्डियां जिहड़ियां कि छड्ड दित्तियां गईयां सी, उहदे विच पेट्रोल पंप की एक पर्ची मिली सी। वो पेट्रोल पंप की पर्ची मिलने तो बाद पुलिस उस पेट्रोल पंप ते पहुंचती है, उस पेट्रोल पंप की CCTV फुटेज वेखदी है। उस CCTV फुटेज दे विच प्रियव्रत फौजी नजर आता है तो उस CCTV फुटेज तो बाद पुलिस को इस गल लैके स्पष्टता मिलती है कि हाँ प्रियव्रत फौजी इस कतलकांड के शामिल सी, जिस तो बाद अज प्रियव्रत फौजी को गिरफ्तार कर लिया गया तो अदालत में पेश करके पुलिस रिमांड हासिल किया गया। CCTV फुटेज एक पासे, दूजे पासे गिरफ्तार किया गया प्रियव्रत फौजी, कशिश और नाल ही मदद देने वाला मुलजमां केशव। जी हाँ, तीनों मुलजम अज पुलिस ने गिरफ्तार कर लिए। एक बार मुड़ तो रुक करांगे, साडे सहयोगी रमन लगातार जुड़े हुए हैं। रमन का एक बार रुक करते हैं। रमन, पहला भी दिल्ली पुलिस की असीं प्रेस कॉन्फ्रेंस सुनी सी, अज भी असीं दिल्ली पुलिस की प्रेस कॉन्फ्रेंस सुनी है। यह गल दिल्ली पुलिस कहनों नहीं संगदी कि भावें मिड्डू खेड़ा कतल मामला होवे, भावें संदीप नंगल अंबिया का कतल मामला होवे जां फिर सिद्धू मूसेवाला कतलकांड का मामला होवे, दिल्ली पुलिस ने ही हमेशा मुलजमां नूं गिरफ्तार करने दे विच लीड हासिल की है। पंजाब पुलिस का नाम तो नहीं लिया पर मैसेज स्पष्ट है कि पंजाब पुलिस के हथ वस बहुता कुछ है नहीं। दिल्ली पुलिस अजिहे वड्डे मामलों के हमेशा गिरफ्तारियां करती है। पंजाब पुलिस की नाकामी अज प्रेस कॉन्फ्रेंस के भी जग जाहिर होंदी विखाई दी। अमित बिल्कुल, क्योंकि हाई प्रोफाइल मामला सी और परिवार भी लगातार इंसाफ की मांग कर रहा सी और जिहड़ी तुसीं स्टेटस रिपोर्ट की गल की है, उस स्टेटस रिपोर्ट नूं एक जेकर कहानी के रूप में समझा जाए तो लगभग ठीक रहेगा, क्योंकि वो कहानी के पात्रों जिहड़ा हैगा वो दिल्ली पुलिस अरेस्ट कर रही है। क्योंकि लगातार जी एक
ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਵੱਲੋਂ ਹਥਿਆਰ ਪ੍ਰੋਵਾਈਡ ਕਰਵਾਏ ਗਏ, ਜਿਨ੍ਹਾਂ ਵੱਲੋਂ ਰੇਕੀ ਕੀਤੀ ਗਈ। ਔਰ ਸਭ ਤੋਂ ਅਹਿਮ ਸੀ ਕਿ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਵੱਲੋਂ ਉਸ ਸਮੇਂ ਜਿਹੜੀ AK-47 ਵਰਤੀ ਗਈ, ਕਿਉਂਕਿ ਲਗਾਤਾਰ ਪਿੰਡ ਵਾਸੀ ਕਹਿ ਰਹੇ ਸੀ ਜਵਾਰ ਕੇ ਦੇ ਕੇ ਆਟੋਮੈਟਿਕ ਜਿਹੜੀ ਇਹ ਗਨ ਮਸ਼ੀਨ ਵਰਤੀ ਗਈ ਸੀ। ਤਾਂ ਦਿੱਲੀ ਪੁਲਿਸ ਵੱਲੋਂ ਹੁਣ ਉਸ ਤੋਂ ਵੀ ਜਿਹੜਾ ਹੈਗਾ ਪਰਦਾ ਚੁੱਕ ਦਿੱਤਾ ਗਿਆ ਕਿ AK-47 ਸੀਰੀਜ਼ ਦੀ ਰਾਈਫਲ ਵਰਤੀ ਗਈ। ਬੈਕਅਪ ਦੇ ਲਈ ਜਿਹੜੇ ਹੈਗੇ 8 ਗ੍ਰਨੇਡ ਰੱਖੇ ਗਏ ਸੀ, ਪੁਲਿਸ ਤੱਕ ਦੀਆਂ ਵਰਦੀਆਂ ਤਿਆਰ ਸੀ। ਪਰ ਸਭ ਤੋਂ ਵੱਡਾ ਸਵਾਲ ਨਾਲਾਇਕੀ ਦਾ ਸਵਾਲ ਕਵਾਂਗੇ ਕਿ ਪੰਜਾਬ ਪੁਲਿਸ ਤੇ ਹਾਲੇ ਵੀ ਉਸੇ ਤਰੀਕੇ ਬਰਕਰਾਰ, ਕਿਉਂਕਿ ਪੰਜਾਬ ਪੁਲਿਸ ਇੰਨੀ ਵੱਡੀ ਘਟਨਾ ਹੋ ਗਈ, ਇਸ ਤੋਂ ਬਾਅਦ ਵੀ ਹੱਥ ਖਾਲੀ ਨੇ, ਇਸ ਤੋਂ ਪਹਿਲਾਂ ਵੀ ਹੱਥ ਖਾਲੀ ਸੀ। ਲਗਾਤਾਰ ਹਮਲਾਵਰ ਮਾਨਸਾ ਦੇ ਵਿੱਚ ਫਿਰਦੇ ਰਹੇ, ਮਾਨਸਾ ਦੇ ਨੇੜਲੇ ਪਿੰਡਾਂ ਦੇ ਵਿੱਚ ਫਿਰਦੇ ਰਹੇ। ਉਹਨਾਂ ਦੇ ਕੋਲ ਗ੍ਰਨੇਡ ਸੀ, ਉਹਨਾਂ ਦੇ ਕੋਲ AK-47 ਸੀ, ਉਹਨਾਂ ਕੋਲ ਪੁਲਿਸ ਦੀਆਂ ਵਰਦੀਆਂ ਸੀ, ਉਹਨਾਂ ਦੇ ਕੋਲ ਪੂਰੇ ਤਰੀਕੇ ਦੇ ਨਾਲ ਇੱਕ ਏਰੀਏ ਨੂੰ ਕਵਰ ਅਪ ਕੀਤਾ ਗਿਆ ਸੀ, ਇੱਕ ਏਰੀਏ ਦੀ ਰੈਕੀ ਕੀਤੀ ਗਈ। ਇਸ ਦੇ ਬਾਵਜੂਦ ਪੰਜਾਬ ਦੀ ਇੰਟੈਲੀਜੈਂਸ ਫੇਲ ਰਹੀ, ਮਾਨਸਾ ਜ਼ਿਲ੍ਹੇ ਦੀ CID ਫੇਲ ਰਹੀ। ਹੁਣ ਜਿਹੜੇ ਹੈਗਾ ਲਗਾਤਾਰ ਪਿਛਲੇ 6 ਦਿਨ ਤੋਂ ਲਾਰੈਂਸ ਬਿਸ਼ਨੋਈ ਨੂੰ ਲਿਆ ਕੇ ਰੱਖਿਆ ਹੋਇਆ, ਪ੍ਰੋਡਕਸ਼ਨ ਜਿਹੜੀ ਹੈਗੀ ਆ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇ ਲਾਰੈਂਸ ਬਿਸ਼ਨੋਈ ਤੋਂ ਵੀ ਵੱਡਾ ਅਪਡੇਟ ਪੰਜਾਬ ਪੁਲਿਸ ਨਹੀਂ ਲੈ ਰਹੀ, ਕੋਈ ਵੱਡੀ ਲੀਡ ਨਹੀਂ ਲੈ ਸਕੀ। ਔਰ ਦੂਸਰੇ ਪਾਸੇ ਦਿੱਲੀ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਪਿਛਲੇ 16 ਦਿਨਾਂ 'ਚ ਵੱਡੀਆਂ ਗ੍ਰਿਫਤਾਰੀਆਂ ਕਰ ਚੁੱਕੀ ਹੈ। ਲਗਾਤਾਰ ਜਿਹੜੀ ਉਹਨਾਂ ਲੋਕਾਂ ਤੱਕ ਕਿਸੇ ਤਰੀਕੇ ਜਿਹੜੀ ਪਹੁੰਚ ਰਹੀ ਹੈ। ਔਰ ਦੂਸਰੇ ਪਾਸੇ ਪੰਜਾਬ ਪੁਲਿਸ ਸਿਰਫ ਤੇ ਸਿਰਫ ਦਿੱਲੀ ਪੁਲਿਸ ਦੇ ਬਿਆਨਾਂ ਨੂੰ ਸੁਣ ਕੇ, ਦਿੱਲੀ ਪੁਲਿਸ ਦੀ ਕਾਰਵਾਈ ਨੂੰ ਦੇਖ ਕੇ ਮੂਕ ਦਰਸ਼ਕ ਬਣੀ ਹੋਈ ਹੈ। ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਕਿ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਚਾਹੁੰਦੇ ਨੇ ਕਿ ਜਲਦੀ ਇਨਸਾਫ ਹੋਵੇ, ਉਹਨਾਂ ਲੋਕਾਂ ਤੱਕ ਵੀ ਪਹੁੰਚਾਏ, ਮਨਪ੍ਰੀਤ ਮੰਨੂ ਤੱਕ ਪਹੁੰਚਿਆ ਜਾਵੇ। ਹੋਰ ਜਿਹੜੇ ਇਸ ਮਾਮਲੇ ਦੇ ਵਿੱਚ ਦੋਸ਼ੀ ਜਿਨ੍ਹਾਂ ਵੱਲੋਂ ਰਾਈਫਲ ਉਸ ਸਮੇਂ ਹਮਲਾ ਕੀਤਾ, ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ। ਤਾਂ ਪੰਜਾਬ ਪੁਲਿਸ ਸਿਰਫ ਤੇ ਸਿਰਫ ਦਿੱਲੀ ਪੁਲਿਸ ਦੇ ਜਿਹੜੀ ਸਟੇਟਸ ਰਿਪੋਰਟ ਜਾਂ ਉਹਨਾਂ ਦੇ ਬਿਆਨ ਸੁਣਨ ਤੱਕ ਸੀਮਤ। ਪੰਜਾਬ ਦੇ ਪੰਜਾਬ ਦੇ ਲੋਕ ਝਾਕ ਰਹੇ ਨੇ ਕਿ ਕਦੋਂ ਇਨਸਾਫ ਹੋਵੇਗਾ। ਦਿੱਲੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਹਾਲੇ ਤੱਕ ਹੱਥ ਖਾਲੀ ਨੇ। ਪੰਜਾਬ ਪੁਲਿਸ ਦੀ ਕਹਿ ਲਈਏ ਤਾਂ ਸਿੱਧੇ ਤੌਰ ਤੇ ਦਿੱਲੀ ਪੁਲਿਸ ਵੱਲੋਂ ਨਲਾਇਕ ਕਰਾਰ ਦੇ ਦਿੱਤਾ ਗਿਆ ਹੈ। ਔਰ ਇਸ ਦੇ ਨਾਲ ਹੀ ਰਮਨ ਅਸੀਂ ਪੋਲੀਟੀਕਲ ਬਿਆਨਬਾਜ਼ੀ ਵੀ ਸੁਣੀ। ਅਰਵਿੰਦ ਕੇਜਰੀਵਾਲ ਐਸੇ ਗੱਲ ਨੂੰ ਲੈ ਕੇ ਸ਼ਾਇਦ ਇੱਕ ਢੰਗ ਦਾ ਵਿਖਾਵਾ ਕਰਨ ਦੇ ਲਈ ਕਹਿੰਦੇ ਵਿਖਾਈ ਦਿੱਤੇ ਕਿ ਅਸੀਂ ਸਾਡੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਫਰੰਟ ਤੇ ਲੈ ਕੇ ਆਈ, ਐਸੇ ਚੀਜ਼ ਨੂੰ ਪ੍ਰਾਪਤੀ ਦੱਸਦੀ ਰਹੀ। ਜਦ ਕਿ ਗ੍ਰਿਫਤਾਰੀਆਂ ਦੇ ਨਾਮ ਦੇ ਉੱਪਰ ਪੰਜਾਬ ਪੁਲਿਸ ਵੱਲੋਂ ਕੋਈ ਵੱਡੀ ਲੀਡ ਹਾਸਲ ਨਹੀਂ ਕੀਤੀ ਗਈ, ਕੋਈ ਵੱਡਾ ਮਾਰਕਾ ਨਹੀਂ ਮਾਰਿਆ ਗਿਆ। ਇਹ ਵੀ ਆਪਣੇ ਆਪ ਦੇ ਵਿੱਚ ਸੋਚਣ ਦੀ, ਕੋਖਣ ਦੀ, ਜਾਂਚ ਕਰਨ ਦੀ ਗੱਲ ਮਹਿਸੂਸ ਹੁੰਦੀ ਹੈ। ਫਿਲਹਾਲ ਬੇहद ਸ਼ੁਕਰੀਆ ਰਮਨ, ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ, ਸਾਰੀ ਗੱਲਬਾਤ ਦੇ ਲਈ। ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਦੱਸ ਦਈਏ, ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ ਕਾਤਲ ਫੜੇ ਗਏ ਨੇ। ਜਿਵੇਂ ਇਸ ਤੋਂ ਪਹਿਲਾਂ 10, 12, 15 ਜਿੰਨੀਆਂ ਵੀ ਗ੍ਰਿਫਤਾਰੀਆਂ ਹੋਈਆਂ, ਕਈ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਫਰੰਟ ਤੇ ਲਿਆਂਦਾ ਗਿਆ। ਇੱਥੋਂ ਤੱਕ ਕਿ ਦਿੱਲੀ ਤੋਂ ਪੰਜਾਬ ਲੈ ਕੇ ਆਈ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਦੀ ਪੁਲਿਸ, ਪਰ ਵੱਡੀ ਲੀਡ ਪੰਜਾਬ ਪੁਲਿਸ ਦੇ ਨਹੀਂ ਸਗੋਂ ਦਿੱਲੀ ਪੁਲਿਸ ਦੇ ਹੱਥ ਲੱਗੀ ਹੈ। ਔਰ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ 2 ਸ਼ੂਟਰਸ ਗ੍ਰਿਫਤਾਰ ਕਰ ਲਏ ਗਏ ਨੇ। ਜਿਹਾਂ ਤੁਹਾਨੂੰ ਦੱਸ ਦਈਏ 2 ਸ਼ੂਟਰਸ ਕਿਹੜੇ ਨੇ। ਪ੍ਰਿਯਵਰਤ ਫੌਜੀ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਵੀ ਕਿੱਥੋਂ? ਗੁਜਰਾਤ ਜਾ ਕੇ, ਗੁਜਰਾਤ ਦੇ ਕੱਛ ਤੋਂ ਮੁਦਰਾ ਪੋਰਟ ਦੇ ਨੇੜੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਸੀ ਇਹ ਮੁਲਜ਼ਮ, ਜਿੱਥੋਂ ਕਿ ਦਿੱਲੀ ਦੀ ਪੁਲਿਸ ਫੜ ਕੇ ਲਿਆਈ ਹੈ। ਸਵਾਲ ਉੱਠਣੇ ਦਾ ਲਾਜ਼ਮੀ ਹੈ ਕਿ ਪੰਜਾਬ ਦੀ CID, ਪੰਜਾਬ ਦੀ ਇੰਟੈਲੀਜੈਂਸ, ਪੰਜਾਬ ਦੀ ਪੁਲਿਸ, DGP, ਇਹ तमाम ਵਰਦੀ ਵਾਲੇ ਆਖਰਕਾਰ ਇਹੋ ਜਿਹੀਆਂ ਗ੍ਰਿਫਤਾਰੀਆਂ ਜਾਂ ਫਿਰ ਪੰਜਾਬ ਦੇ ਅੰਦਰ AK-47 ਰਾਈਫਲ ਦਾ ਆਉਣਾ, ਪੰਜਾਬ ਦੇ ਅੰਦਰ ਗ੍ਰਨੇਡ ਦਾ ਆਉਣਾ, ਇਹ तमाम ਚੀਜ਼ਾਂ ਨੂੰ ਰੋਕ ਕਿਉਂ ਨਹੀਂ ਪਾਏ? ਇਹਨਾਂ तमाम ਚੀਜ਼ਾਂ ਨੂੰ ਲੈ ਕੇ ਜਦ ਕਾਤਲ ਪੰਜਾਬ ਦੇ ਨੇੜਲੇ ਪਿੰਡਾਂ ਦੇ ਵਿੱਚ ਵਿਚਰਦੇ, ਤਦ ਵੀ ਪੰਜਾਬ ਪੁਲਿਸ ਆਖਰਕਾਰ ਕਿਉਂ ਨਹੀਂ ਕੁਝ ਕਰ ਪਾਈ? ਸਵਾਲ ਉੱਠਣੇ ਤਾਂ ਲਾਜ਼ਮੀ ਹੈ। ਔਰ ਇਸ਼ਾਰਿਆਂ ਦੇ ਵਿੱਚ ਜਿਸ ਢੰਗ ਦੇ ਨਾਲ ਦਿੱਲੀ ਪੁਲਿਸ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਵੀ ਕਿਹਾ ਕਿ ਭਾਵੇਂ ਮਿੱਡੂ ਖੇੜਾ ਕਤਲ ਮਾਮਲਾ ਹੋਵੇ, ਭਾਵੇਂ ਸਿੱਧੂ ਮੂਸੇਵਾਲਾ ਕਤਲ ਮਾਮਲਾ ਹੋਵੇ, ਜਾਂ ਫਿਰ ਇਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦਾ ਕਤਲ ਮਾਮਲਾ ਹੋਵੇ, ਕਈ ਵੱਡੇ ਮੁਲਜ਼ਮ ਦਿੱਲੀ ਪੁਲਿਸ ਵੱਲੋਂ ਹੀ ਫੜੇ ਗਏ। ਤਾਂ ਕਿ ਵਾਕਈ 'ਚ ਹੀ ਪੰਜਾਬ ਪੁਲਿਸ ਨਾਕਾਬਲ ਹੈ। ਪੰਜਾਬ ਪੁਲਿਸ ਦੀ ਕਾਬਲੀਅਤ ਦੇ ਉੱਪਰ ਸਵਾਲ ਉੱਠਣੇ ਇੱਥੇ ਜਾਇਜ਼ ਹੈ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਉੱਠਣੇ ਲਾਜ਼ਮੀ ਹੈ।